ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਖਾਲਸੇ ਦੀ ਜਦੋਂ ਗੱਲ ਹੁੰਦੀ ਆ ਤਾਂ ਦੁਨੀਆ ਦੇ ਵਿੱਚ ਜਦੋਂ ਵੀ ਕਿਸੇ ਨੂੰ ਲੋੜ ਹੋਈ ਆ, ਖਾਲਸਾ ਹਮੇਸ਼ਾ ਅੱਗੇ ਆਇਆ, ਲੋੜਵੰਦਾਂ ਦੀ ਹਮੇਸ਼ਾ ਮਦਦ ਕੀਤੀ ਆ। ਸੋ ਵਿਦੇਸ਼ਾਂ ਵਿੱਚ ਵੀ ਖਾਲਸੇ ਦੇ ਝੰਡੇ ਝੂਲਦੇ ਪਏ ਨੇ। ਅੱਜ ਅਸੀਂ ਖੜੇ ਹਾਂ ਜੀ ਓਨਟਾਰੀਓ ਖਾਲਸਾ ਦਰਬਾਰ ਯਾਨੀ ਕਿ ਡਿਕਸੀ ਗੁਰੂ ਘਰ, ਜੋ ਕਿ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਗੁਰੂ ਘਰਾਂ ਦੇ ਵਿੱਚੋਂ ਇੱਕ ਹੈ। ਸੋ ਜਦੋਂ ਦੀ ਇਹ ਪ੍ਰਬੰਧਕੀ ਕਮੇਟੀ ਦੁਬਾਰਾ ਹੋਂਦ ਵਿੱਚ ਆਈ ਹੈ, ਉਦੋਂ ਤੋਂ ਸੰਗਤਾਂ ਨੇ ਇਹਨਾਂ ਤੇ ਜਦੋਂ ਦੁਬਾਰਾ ਵਿਸ਼ਵਾਸ ਪ੍ਰਗਟਾਇਆ, ਇਲੈਕਸ਼ਨਸ ਹੋਈਆਂ ਤੇ ਪ੍ਰਬੰਧਕੀ ਕਮੇਟੀ ਬਣੀਓ, ਜੋ ਸੰਗਤਾਂ ਦੇ ਨਾਲ ਗੁਰੂ ਘਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜੋ ਵਾਅਦੇ ਕੀਤੇ ਗਏ ਸੀ ਉਹ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਨੇ। ਸੋ ਪੈਂਡੈਮਿਕ ਦੇ ਦੌਰਾਨ ਹਾਲਾਂਕਿ ਸੰਗਤ ਜਿਹੜੀ ਹੈ ਗੁਰੂ ਘਰ ਵਿੱਚ ਨਤਮਸਤਕ ਹੋਣ ਲਈ ਨਹੀਂ ਪੁੱਜ ਸਕੀ, ਪਰ ਗੁਰਦੁਆਰਾ ਸਾਹਿਬ ਦੇ ਵਿਕਾਸ ਕਾਰਜ ਉਸੇ ਤਰ੍ਹਾਂ ਜਾਰੀ ਨੇ। ਸੋ ਅਸੀਂ ਅੱਜ ਓਨਟਾਰੀਓ ਖਾਲਸਾ ਦਰਬਾਰ ਦੀ ਪ੍ਰਬੰਧਕੀ ਕਮੇਟੀ ਦੇ ਨਾਲ ਗੱਲਬਾਤ ਕਰਾਂਗੇ। ਨਾਲ ਹੀ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਬਾਲ ਜੀ ਤੋਂ ਜਾਣਾਂਗੇ ਕਿ ਗੁਰਦੁਆਰਾ ਸਾਹਿਬ ਵਿੱਚ ਕੀ ਵਿਕਾਸ ਕਾਰਜ ਇਸ ਵੇਲੇ ਚੱਲ ਰਹੇ ਨੇ, ਹੋਰ ਕਿਹੜੇ ਪ੍ਰੋਜੈਕਟਸ ਜਿਹੜੇ ਨੇ ਉਹ ਸ਼ੁਰੂ ਕੀਤੇ ਜਾਣੇ ਹਨ। ਸੋ ਲੈਂਦੇ ਹਾਂ ਜੀ ਨਾਲ ਸੰਗਤਾਂ ਨੂੰ ਵੀ ਦਿਖਾਉਂਦੇ ਹਾਂ ਇਸ ਵਕਤ ਓਨਟਾਰੀਓ ਖਾਲਸਾ ਦਰਬਾਰ ਦੇ ਵਿੱਚ ਕੀ ਨਵਾਂ ਜੋ ਦੇਖਣ ਨੂੰ ਮਿਲ ਰਿਹਾ ਹੈ। ਸੋ ਇਸ ਵਕਤ ਅਸੀਂ ਮੌਜੂਦ ਹਾਂ ਜੀ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਗੁਰੂ ਘਰਾਂ ਵਿੱਚੋਂ ਇੱਕ ਡਿਕਸੀ ਗੁਰੂ ਘਰ, ਜਿਹਨੂੰ ਕਿ ਓਨਟਾਰੀਓ ਖਾਲਸਾ ਦਰਬਾਰ ਵੀ ਕਹਿੰਦੇ ਨੇ। ਸੋ ਇੱਥੇ ਅਸੀਂ ਪ੍ਰਧਾਨ ਇੰਦਰਜੀਤ ਸਿੰਘ ਬਾਲ ਦੇ ਨਾਲ ਗੱਲਬਾਤ ਕਰਾਂਗੇ, ਨਾਲ ਉਹਨਾਂ ਨੂੰ ਪੁੱਛਾਂਗੇ ਗੁਰਪ੍ਰੀਤ ਜੀ ਨੂੰ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਿੱਚ ਸੰਗਤ ਨੇ ਦੁਬਾਰਾ ਟਰਸਟ ਸ਼ੋਅ ਕੀਤਾ ਸੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਰੋਨਾ ਵਾਇਰਸ ਦੇ ਦੌਰਾਨ ਸੰਗਤ ਦੀ ਆਮਦ ਤਾਂ ਘਟੀ ਆ, ਪਰ ਗੁਰਦੁਆਰਾ ਸਾਹਿਬ ਵਿੱਚ ਹੋਰ ਕੀ ਵਿਕਾਸ ਕਾਰਜ ਕੀਤੇ ਗਏ ਨੇ। ਸੋ ਜਾਣਦੇ ਹਾਂ ਜੀ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਬਾਲ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਹਮਦਰਦ ਮੇਰੇ ਜੀ। ਪਹਿਲਾਂ ਹਮਦਰਦ ਟੀਵੀ ਦੀ ਸਮੁੱਚੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਮੈਂ ਬੇਨਤੀ ਕਰਦਾ ਪਹਿਲਾਂ ਸਾਧ ਸੰਗਤ ਜੀਓ, ਬਹੁਤ ਨਵੇਂ ਜਿਹੜੇ ਗੁਰੂ ਤੋਂ ਪਿਆਰ ਕਰਨ ਵਾਲੇ ਸੰਗਤਾਂ ਜੁੜੀਆਂ। ਇਹ ਜਗ੍ਹਾ 1.8 ਏਕੜ ਖਰੀਦੀ ਸੀ ਪਹਿਲਾਂ ਆਪਾਂ 1974 ਦੇ ਵਿੱਚ। ਜਿਹੜਾ ਪਹਿਲਾਂ ਇੱਥੇ ਦੀਵਾਨ ਲੱਗਾ 1979 ਦੇ ਵਿੱਚ ਲੱਗਾ ਸੀ, ਛੋਟਾ ਜਿਹਾ ਘਰ ਹੁੰਦਾ ਸੀ, ਉਹ ਤੁਸੀਂ ਪਿਕਚਰ ਦੇ ਵਿੱਚ ਵੇਖ ਲਵੋਗੇ। ਅਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਅੱਜ ਤੱਕ ਗੁਰੂ ਦੀ ਅਪਾਰ ਕਿਰਪਾ ਹੋਈ ਆ, ਸੰਗਤਾਂ ਦਾ ਅਥਾਹ ਪਿਆਰ, ਜੋ ਸੰਗਤਾਂ ਨੇ ਮਾਣ ਜਤਾਇਆ ਇਸ ਅਸਥਾਨ ਦੇ ਉੱਪਰ। ਅਸੀਂ ਸਾਡੇ ਸਾਰੇ ਜਿੰਨੇ ਸੇਵਾਦਾਰ 1979 ਤੋਂ ਲੈ ਕੇ ਹੁਣ ਤੱਕ ਆਏ ਆ, ਸਾਰਿਆਂ ਸੇਵਾਦਾਰਾਂ ਨੇ, ਪ੍ਰਧਾਨਾਂ ਨੇ, ਪ੍ਰਬੰਧਕ ਕਮੇਟੀਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਅਸੀਂ ਅਕਤੂਬਰ 2015 ਦੇ ਵਿੱਚ ਆਏ ਸੀ। ਜੋ ਕੁਝ ਉਦੋਂ ਤੋਂ ਹੋਇਆ ਹੁਣ ਤੱਕ ਸਾਰੀਆਂ ਸੰਗਤਾਂ ਦੇ ਸਾਹਮਣੇ ਆ, ਸਾਨੂੰ ਦੁਹਰਾਉਣ ਦੀ ਲੋੜ ਨਹੀਂ। ਪਰ ਅੱਜ ਮੈਂ ਜੋ ਇਸ ਕਰੋਨਾ ਦੀ ਇਹ ਮਹਾਂਮਾਰੀ ਦੇ ਅੰਦਰ ਜਿਸ ਇੱਕ ਇਹ ਕਹਿ ਲਓ ਵੀ ਦੁੱਖ ਭਰਿਆ ਸਮਾਂ ਆ ਸਾਰੇ ਦੁਨੀਆ ਦੇ ਉੱਪਰ, ਸੰਸਾਰ ਦੇ ਉੱਪਰ, ਪਰ ਗੁਰੂ ਦੀ ਬਖਸ਼ਿਸ਼ ਨਾਲ, ਸੰਗਤਾਂ ਦੇ ਪਿਆਰ ਦੇ ਨਾਲ, ਸਾਥ ਦੇ ਨਾਲ, ਜੋ ਗੁਰਦੁਆਰਾ ਸਾਹਿਬ ਦੇ ਵਿੱਚ ਨਵੀਆਂ ਚੀਜ਼ਾਂ ਕੰਸਟਰਕਸ਼ਨ ਦੀਆਂ ਜੋ ਕੁਝ ਚੇਂਜਸ ਕੀਤੀਆਂ, ਉਹ ਅਸੀਂ ਤੁਹਾਨੂੰ ਬੇਨਤੀ ਕੀਤੀ। ਤੁਸੀਂ ਅੱਜ ਆਏ ਆ, ਤੁਸੀਂ ਆਹ ਹਾਲ 3-4 ਦੇਖ ਲਿਆ ਵਾ। ਜਿਹੜੀ ਪਾਲਕੀ ਆਪਾਂ ਚੇਂਜ ਕਰ ਦਿੱਤੀ ਆ, ਤੁਸੀਂ ਉੱਪਰ ਛੱਤ ਦੇਖੀ ਹੈ, ਡੈਕੋਰੇਸ਼ਨ ਹੋਈ ਸਾਰੀ, ਜਿਸ ਤਰ੍ਹਾਂ ਵੀ ਆ ਗੁਰੂ ਦੇ ਸਥਾਨ ਨੂੰ ਅਸੀਂ ਵਧੀਆ ਬਣਾ ਸਕਦੇ ਸੀਗੇ। ਹੁਣ ਇਹਦੇ ਉੱਪਰ ਛੱਤ ਪੈ ਰਹੀ ਹੈ ਨਵੀਂ, ਕਿਉਂਕਿ ਜਦੋਂ ਮੀਂਹ ਪੈਂਦਾ ਸੀਗਾ ਉਹ ਜਿਹੜੀ ਆ ਛੱਤ ਚੁੰਦੀ ਸੀਗੀ, ਅਤੇ ਉਹ ਅਸੀਂ ਫਿਰ ਟੋਟਲੀ ਇੱਕ ਵੱਡਿਓਂ ਵੀ ਚੇਂਜ ਕੀਤੀ ਆ। ਅਤੇ ਇਹਦੇ ਵਿੱਚ ਸੰਗਤਾਂ ਨੂੰ ਅਸੀਂ ਇਹੀ ਦਿਖਾਉਣਾ ਚਾਹੁੰਦੇ ਹਾਂ ਬਈ ਕਰੋਨਾ ਦੇ ਵਿੱਚ ਤੁਹਾਡੇ ਜੋ ਤੁਸੀਂ ਸਾਨੂੰ ਸੇਵਾ ਬਖਸ਼ੀ ਸੀ, ਸਾਡੇ ਸੇਵਾਦਾਰ ਚੁੱਪ ਨਹੀਂ ਬੈਠੇ। ਪਰ ਮੈਂ ਅੱਜ ਆਪ ਜੀ ਦੇ ਮੀਡੀਆ ਥਰੂ ਬਹੁਤ ਧੰਨਵਾਦ ਕਰਦਾ ਆਪਣੇ ਜਿੰਨੇ ਸਾਡੇ ਰਾਗੀ ਸਾਹਿਬਾਨ, ਸਾਡੇ ਮੁੱਖ ਵਜ਼ੀਰ ਆ ਭਾਈ ਸ਼ਮਸ਼ੇਰ ਸਿੰਘ ਜੀ ਹੁਣੀ, ਜਾਂ ਸਾਡੇ ਜਿੰਨੇ ਕੀਰਤਨੀਏ ਆ, ਨਾਲ ਹੀ ਕਥਾਵਾਚਕ, ਜਾਂ ਸਾਡੇ ਪਾਠੀ ਸਿੰਘ ਆ, ਉਹਨਾਂ ਦਾ ਕਮੇਟੀ ਨਾਲੋਂ ਵੀ ਜ਼ਿਆਦਾ ਯੋਗਦਾਨ ਆ। ਅਤੇ ਮੈਂ ਅਰਦਾਸ ਕਰਦਾ ਸਤਿਗੁਰੂ ਇਹਨਾਂ ਵੀਰਾਂ ਨੂੰ ਲੰਮੀਆਂ ਉਮਰਾਂ ਬਖਸ਼ਣ, ਚੜ੍ਹਦੀਆਂ ਕਲਾਂ ਬਖਸ਼ਣ। ਅਤੇ ਨਾਲ ਹੀ ਮੈਂ ਆਪਣੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦਾ। ਲੜਦੀ ਤਾਂ ਸਾਰੀ ਫੌਜ ਹੁੰਦੀ ਆ, ਸਾਰੇ ਕਹਿੰਦੇ ਜੀ ਪ੍ਰਧਾਨ ਨੇ, ਮੈਂ ਸਾਧ ਸੰਗਤ ਜੀਓ ਇੰਨੇ ਜੋਗਾ ਨਹੀਂਗਾ। ਮੇਰੀ ਕਮੇਟੀ ਦੇ ਵਿੱਚ ਮੈਂ ਕੌਣ ਆ, ਪਰ ਉਹ ਦੁਨਿਆਵੀ ਗੱਲਾਂ ਦੇ ਵਿੱਚ ਗੱਲਾਂ ਕਰਨੀਆਂ ਪੈਂਦੀਆਂ। ਸਾਡੀ ਪ੍ਰਬੰਧਕ ਕਮੇਟੀ 'ਚ ਸਾਨੂੰ ਗੁਰੂ ਨੇ 2 ਹੀਰੇ ਦਿੱਤੇ ਆ, ਹਰਪਾਲ ਸਿੰਘ, ਭੁਪਿੰਦਰ ਸਿੰਘ ਬਾਠ, ਜਿਨ੍ਹਾਂ ਉਹਨਾਂ ਵੀਰਾਂ ਨੇ ਸਮਾਂ ਲਾਇਆ। ਸਾਰੀ ਕਮੇਟੀ ਬਹੁਤ ਵਧੀਆ ਆਪੋ ਆਪਣੇ ਯੋਗਦਾਨ ਮੁਤਾਬਕ ਸਮਾਂ ਲਾਉਂਦੇ ਆ, ਕੰਮ ਕਰਦੇ ਆ। ਪਰ ਜਿੰਨਾ ਆ ਗੁਰਦੁਆਰਾ ਸਾਹਿਬ ਦਾ ਮੇਨਟੇਨੈਂਸ ਦਾ ਇਹ ਸਿਰਾ, ਮੈਂ ਉਹਨਾਂ ਨੂੰ ਤੇ ਨਾਲ ਆਪਣੇ ਸਾਰੇ ਰਾਗੀ ਸਾਹਿਬਾਨਾਂ ਨੂੰ ਦਿੰਦਾ। ਬੜੀ ਗੁਰੂ ਦੀ ਬਖਸ਼ਿਸ਼, ਇਹਨਾਂ ਨੇ ਤਨ ਮਨ ਧਨ ਤੋਂ ਇਹ ਸੇਵਾ ਕੀਤੀ ਆ। ਸਤਿਗੁਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਹਾਂਜੀ, ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਲ। ਸੰਗਤਾਂ ਬੜੀ ਭਾਵਨਾ ਨਾਲ ਜੁੜੀਆਂ ਨੇ ਅਤੇ ਬੜੀ ਹੈਰਾਨਗੀ ਹੁੰਦੀ ਇਸ ਗੱਲ ਦੀ ਕਿ ਜਿੱਥੇ ਅੱਜ ਕੱਲ੍ਹ ਆਪਾਂ ਕੋਈ ਵੀ ਕਾਰਜ ਕਰਦੇ ਹਾਂ, ਇੰਨਾ ਖਰਚਾ ਕਰਦੇ ਹਾਂ ਐਡਵਰਟਾਈਜ਼ਮੈਂਟ 'ਤੇ। ਮੈਂ ਦੇਖਿਆ ਕਰੋਨਾ ਵਾਇਰਸ 'ਤੇ ਚੱਲਦਿਆਂ ਵੀ ਇਹੋ ਜਿਹੇ ਸੇਵਕ ਪਰਿਵਾਰ ਵੀ ਆਏ ਨੇ ਜਿਨ੍ਹਾਂ ਨੇ ਮਹਾਰਾਜ ਦੀ ਬੜੀ ਬਖਸ਼ਿਸ਼ ਸੀ, ਉਹਨਾਂ ਨੇ ਬੜੀਆਂ ਵੱਡੀਆਂ ਸੇਵਾਵਾਂ ਲਈਆਂ ਨੇ, ਜਿਹਦੇ ਨਾਲ ਪ੍ਰਬੰਧਕਾਂ ਨੂੰ ਕੰਮ ਕਰਨ ਦੇ ਵਿੱਚ ਬੜੀ ਆਸਾਨੀ ਹੋਈ ਅਤੇ ਬੜੇ ਸੋਹਣੇ ਢੰਗ ਦੇ ਨਾਲ ਸੁਚੱਜੇ ਪ੍ਰਬੰਧ ਨੂੰ ਇਹ ਅੱਗੇ ਤੋਰ ਰਹੇ ਨੇ। 1-2 ਮਹੀਨਿਆਂ ਤੋਂ ਜਿਹੜਾ ਨਵਾਂ ਪਾਲਕੀ ਸਾਹਿਬ ਆਪਾਂ ਮਹਾਰਾਜ ਵਾਸਤੇ ਤਿਆਰ ਕੀਤਾ ਸੀ,
ਤੇ ਸਾਰਿਆਂ ਦੇ ਮਨ ਵਿੱਚ ਇੱਛਾ ਸੀ ਕਿ ਜਿਹੜਾ ਗੁਰਮਤਿ ਦਾ ਇੱਕ ਸੰਕਲਪ ਹੈ ਕਿ ਅਸੀਂ ਰੋਜ਼ ਇਹ ਸ਼ਬਦ ਵਰਤਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਚਵਰ ਛਤਰ ਤਖਤ ਦੇ ਮਾਲਕ, ਤੇ ਤਖਤ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਰਿਹਾ ਹੈ। ਔਰ ਜਿਹੜੀ ਪਾਲਕੀ ਹੁੰਦੀ ਹੈ ਉਹ ਰਾਜੇ ਮਹਾਰਾਜੇ ਜਾਂ ਬਾਦਸ਼ਾਹ ਆਪਣੇ ਮਹੱਲਾਂ ਤੋਂ ਦਰਬਾਰ ਦੇ ਵਿੱਚ ਆਉਣ ਵਾਸਤੇ ਵਰਤਦੇ ਹੁੰਦੇ ਸਨ। ਸੋ ਇਹ ਬੜੀ ਸੋਹਣੀ ਸੋਚ ਇਹਦਾ ਸਿਹਰਾ ਕਮੇਟੀ ਪ੍ਰਬੰਧਕਾਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਾਸਤੇ ਉਸ ਤਰ੍ਹਾਂ ਦਾ ਤਖਤ ਬਣਾਇਆ ਹੈ ਔਰ ਉੱਤੇ ਸੋਹਣਾ ਚੰਦੋਆ ਲੱਗਾ ਹੋਇਆ ਦਿਖਾਈ ਦਿੰਦਾ ਹੈ ਆਪਾਂ ਨੂੰ। ਤੇ ਇਹ ਗੁਰਮਤਿ ਦੀ ਬੜੀ ਵੱਡੀ ਪ੍ਰਾਪਤੀ ਕਹਿ ਲਈਏ ਕਿ ਜਿਹੜੀ ਸੋਹਣੀ ਸੋਚ ਦਾ ਇੱਕ ਸਿੱਟਾ ਸਾਰੀ ਸੰਗਤ ਦੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ। ਸਾਡੇ ਅੰਦਰ ਅਸੀਂ ਇਹ ਸ਼ਬਦ ਵਰਤਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਤਖਤ, ਤੇ ਤਖਤ ਹਮੇਸ਼ਾ ਤਖਤ ਦੀ ਤਰ੍ਹਾਂ ਹੀ ਬਣਾਇਆ ਜਾਣਾ ਚਾਹੀਦਾ ਹੈ। ਸੋ ਸਮੁੱਚੇ ਗੁਰੂ ਘਰਾਂ ਦੇ ਅੰਦਰ ਜਿਸ ਤਰ੍ਹਾਂ ਅਸੀਂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਦਰ ਦੇਖਦੇ ਹਾਂ, ਇੰਨੀ ਵੱਡੀ ਸੋਹਣੀ ਇਮਾਰਤ ਹੋਣ ਦੇ ਬਾਵਜੂਦ ਵੀ ਉੱਥੇ ਕਿਸ ਤਰ੍ਹਾਂ ਦੀ ਪਾਲਕੀ ਨਹੀਂ ਰੱਖੀ ਗਈ। ਉਹ ਇਸੇ ਸੰਕਲਪ ਨੂੰ ਲੈ ਕੇ ਕਿ ਗੁਰੂ ਗ੍ਰੰਥ ਸਾਹਿਬ ਜਦੋਂ ਅਕਾਲ ਤਖਤ ਸਾਹਿਬ ਤੋਂ ਚੱਲਦੇ ਨੇ ਉਦੋਂ ਪਾਲਕੀ ਵਿੱਚ ਬੈਠ ਕੇ ਚੱਲਦੇ ਨੇ। ਇੱਥੇ ਜਦੋਂ ਸੰਗਤਾਂ ਦੀਆਂ ਅਰਦਾਸਾਂ ਸੁਣਨੀਆਂ ਨੇ ਤੇ ਮਹਾਰਾਜ ਆਪਣੇ ਤਖਤ ਤੇ ਆ ਕੇ ਬੈਠਦੇ ਨੇ। ਇੱਥੇ ਤਖਤ ਤੇ ਬੈਠ ਕੇ ਸੰਗਤਾਂ ਦੀਆਂ ਅਰਦਾਸਾਂ ਸੁਣਦੇ ਨੇ, ਉਹਨਾਂ ਦੀਆਂ ਭਾਵਨਾਵਾਂ ਨੂੰ ਭਾਗ ਲੱਗਦਾ ਹੈ। ਇਸ ਸੰਕਲਪ ਨੂੰ ਲੈ ਕੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੱਜਣਾ ਨੇ ਉਪਰਾਲਾ ਕੀਤਾ ਕਿ ਸਾਡੇ ਗੁਰਦੁਆਰਾ ਸਾਹਿਬ ਵਿੱਚ ਵੀ ਇਸ ਤਰ੍ਹਾਂ ਦਾ ਤਖਤ ਹੋਵੇ ਜਿੱਥੇ ਮਹਾਰਾਜ ਬੈਠ ਕੇ ਸੰਗਤਾਂ ਦੀਆਂ ਅਰਦਾਸਾਂ ਸੁਣਦੇ ਨੇ। ਸੋ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਿ ਗੁਰਦੁਆਰਾ ਸਾਹਿਬ ਦੀ ਛੱਤ ਵੀ ਜਿਹੜੀ ਉਹ ਚੋਂਦੀ ਪਈ ਸੀ ਤੇ ਉਹਦੀ ਵੀ ਮੁਰੰਮਤ ਜਿਹੜੀ ਕਰਵਾਈ ਜਾ ਰਹੀ ਹੈ, ਲਗਭਗ ਸਾਰੀ ਛੱਤ ਚੇਂਜ ਕਰਵਾਈ ਜਾ ਰਹੀ ਹੈ। ਸੋ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਉੱਪਰ ਬਿਲਕੁਲ ਟੌਪ ਤੇ ਛੱਤ ਜਿਹੜੀ ਇੱਥੇ ਰੈਨੋਵੇਸ਼ਨ ਚੱਲ ਰਿਹਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਸਰ ਇੱਥੇ ਛੱਤ ਦੀ ਜਿਵੇਂ ਅਸੀਂ ਗੱਲਬਾਤ ਕਰੀਏ, ਤੁਸੀਂ ਕਿਹਾ ਸੀ ਲਗਭਗ ਸਾਰੀ ਹੀ ਛੱਤ ਜਿਹੜੀ ਆ ਚੇਂਜ ਕੀਤੀ ਜਾ ਰਹੀ ਹੈ। ਹਾਂਜੀ, ਇਹ ਨਾ ਜੀ ਛੱਤ ਸਮੇਂ ਦਰ ਸਮੇਂ ਆਪਾਂ ਇਹਨੂੰ ਰਿਪੇਅਰ ਕਰਦੇ ਰਹੇ, ਪਰ ਉਹ ਜਿਹੜੀ ਜਦੋਂ ਮੀਂਹ ਆਉਂਦੇ ਆ ਵੱਡੇ ਭਾਰੀਆਂ ਮੀਂਹ ਆਉਂਦੇ ਉਦੋਂ ਆਪਾਂ ਨੂੰ ਪ੍ਰੋਬਲਮ ਪੈਂਦੀ ਆ। ਫਿਰ ਹਾਰ ਕੇ ਹਰਪਾਲ ਸਿੰਘ ਮੇਰਾ ਵੀਰ ਜਿਸ ਤਰ੍ਹਾਂ ਇਹਨਾਂ ਸਾਰਿਆਂ ਨੇ ਅਸੀਂ ਫੈਸਲਾ ਫਿਰ ਪ੍ਰਬੰਧਕ ਕਮੇਟੀ ਨੇ ਇਹ ਪ੍ਰੋਜੈਕਟ ਲਿਆ। ਮੈਂ ਸਾਰੀ ਕਮੇਟੀ ਨੇ ਬੈਠ ਕੇ ਅਸੀਂ ਪਾਸ ਕੀਤਾ ਵੀ ਆਪਾਂ ਨੂੰ ਛੱਤ ਇੱਕ ਵੱਡੀਓ ਆਪਾਂ ਚੇਂਜ ਕਰਕੇ ਦੇਖ ਲਈਏ, ਹੋਰ ਤਾਂ ਇਲਾਜ ਹੀ ਹੈ ਨਹੀਂ ਕੋਈ ਇਹਦਾ। ਥੋੜ੍ਹੇ ਪੈਸੇ ਲਏ, ਕਿੰਨੇ ਲੱਗੇ ਆਪਣੇ। ਇਹ ਹੁਣ ਸਾਰੀ ਛੱਤ ਫਰੰਟ ਤੋਂ ਲੈ ਕੇ ਪਿੱਛੇ 3-4 ਹਾਲ ਤੱਕ ਤੁਸੀਂ ਜੋ ਦੇਖ ਰਹੇ ਆ, ਸੰਗਤ ਨੂੰ ਦਿਖਾ ਰਹੇ ਤੁਸੀਂ, ਇਹ ਸਾਰੀ ਚੇਂਜ ਹੋ ਰਹੀ ਹੈ ਜੀ। ਹੁਣ ਆ ਦੇਖੋ ਆ ਵੀਰਾਂ ਨੇ ਆਹ ਪੋਰਸ਼ਨ ਪਾਤਾ, ਆ ਥੱਲੇ ਲੁੱਕ ਪੈ ਰਹੀ ਹੈ, ਜੋ ਕੁਛ ਵੀ ਹੈ ਸਾਰਾ ਨਾਲ ਇਹ ਚੇਂਜ ਸਾਰੀ ਹੋ ਜਾਣੀ ਚੇਂਜ ਆਪਣੀ ਆਉਣ ਵਾਲੇ ਮਹੀਨੇ 4-5 ਵੀਕ ਦੇ ਵਿੱਚ ਹੋ ਜੂਗੀ ਜੀ। ਹਾਂਜੀ, ਇਹਨੂੰ ਕਿੰਨਾ ਟਾਈਮ ਲੱਗ ਗਿਆ ਤੇ ਟੋਟਲ ਕਿੰਨੇ ਏਰੀਏ ਜੇ ਅਸੀਂ ਗੱਲ ਕਰੀਏ ਕਿੰਨੀ ਕੁ ਛੱਤ ਸਾਰੀ ਆਲ ਓਵਰ ਤੁਸੀਂ ਚੇਂਜ ਕਰਵਾ ਰਹੇ ਹੋ? ਜਿਹੜੀ ਹਾਂਜੀ ਸਾਰੀ ਚੇਂਜ ਜੀ, ਜਿਹੜੀ ਪਿੱਛੇ 5 ਨੰਬਰ ਦੀ ਹੈ ਨਾ ਜੀ ਛੱਤ ਉੱਪਰ, ਉਹ ਨਹੀਂ ਹਲੇ ਚੇਂਜ ਹੋਣੀ ਕਿਉਂਕਿ ਉਹ ਠੀਕ ਹੈ, ਉਹ ਲੀਕ ਨਹੀਂ ਕਰਦੀ। ਪਰ ਆ ਜਿਹੜੀ ਆ ਸਾਰੀ ਮੇਨ ਹਾਲ 3-4 ਆਪਾਂ ਜਿਹੜਾ ਐਂਡ ਤੱਕ ਹਾਲ ਹੈ ਆਪਣਾ, ਉੱਥੇ ਤੱਕ ਸਾਰੀ ਚੇਂਜ ਹੋਣੀ। ਹੋ ਸਕਦਾ ਜੀ ਇਹਨੂੰ 5 ਵੀਕ ਵੀ 6 ਵੀ ਲੱਗ ਸਕਦੇ ਆ, 4 'ਚ ਵੀ ਮੁੱਕ ਸਕਦੀ ਆ, ਡਿਪੈਂਡ ਕਰਦਾ ਜੀ ਵੈਦਰ ਵੀ ਕਿੱਦਾਂ ਦਾ, ਕਿ ਜੇ ਮੀਂਹ ਜੇ ਪੈਣ ਲੱਗ ਪੈਂਦੇ ਵਿੱਚ ਫਿਰ ਕੰਮ ਰੁਕ ਜਾਂਦੇ ਆ ਜੀ। ਤੇ ਸੰਗਤ ਦੇ ਸਹਿਯੋਗ ਤੇ ਪਿਆਰ ਤੋਂ ਬਿਨਾਂ ਅਸੀਂ ਤਾਂ ਜੀ 1 ਇੰਚ ਨਹੀਂ ਹਿੱਲ ਸਕਦੇ। ਜਦੋਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਵੀ 2015 ਅਕਤੂਬਰ 'ਚ ਜਦੋਂ ਇਲੈਕਸ਼ਨ ਤੋਂ ਬਾਅਦ ਸਾਨੂੰ ਸੰਗਤਾਂ ਨੇ ਇਹ ਸੇਵਾ ਬਖਸ਼ੀ, ਉਦੋਂ ਤੋਂ ਲੈ ਕੇ ਸਾਨੂੰ ਸੰਗਤਾਂ ਨੇ ਨਾ ਰੁਕਣ ਦਿੱਤਾ ਨਾ ਪਿੱਛੇ ਦੇਖਣ ਦਿੱਤਾ। ਉਹ ਅੱਗੇ ਚੱਲੋ ਅੱਗੇ ਚੱਲਿਓ। ਆ ਜਿੰਨੇ 10-9 ਦੀ ਕਿਰਤ ਸੰਗਤ ਦੀ ਪੈਣੀ ਅਸੀਂ ਇਹ ਗੁਰਦੁਆਰਾ ਸਾਹਿਬ ਜਿਹੜੀ ਲੱਗੀ ਆ। ਮੈਂ ਇੱਕ ਵਾਰੀ ਫਿਰ ਆਪਦੇ ਮੀਡੀਆ ਥਰੂ ਫਿਰ ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਪਿਆਰਿਓ, ਅਕਤੂਬਰ 15 ਤੋਂ ਲੈ ਕੇ ਅੱਜ ਤੱਕ ਜਿਸ ਵੀ ਕਿਸੇ ਮੇਰੇ ਭੈਣ ਭਰਾ ਨੇ ਹਿਸਾਬ ਲੈਣਾ ਹੋਵੇ, ਸਾਡੇ ਖਜ਼ਾਨਚੀ ਭੁਪਿੰਦਰ ਸਿੰਘ ਬਾਠ, ਪਹਿਲੀ ਗੱਲ ਤਾਂ ਹਰ ਮਹੀਨੇ ਦਾ ਹਿਸਾਬ ਅਸੀਂ ਫਰੰਟ 'ਤੇ ਲਾ ਦਿੰਦੇ ਮੇਨ ਹਾਲ ਦੇ ਬਾਹਰ, ਅਤੇ ਜਿਸ ਕਿਸੇ ਨੇ ਵੀ ਜਿਹੜੇ ਮਹੀਨੇ ਦਾ ਜਿਹੜੇ ਸਾਲ ਦਾ ਹਿਸਾਬ ਲੈਣਾ ਭੁਪਿੰਦਰ ਸਿੰਘ ਬਾਠ ਦੇ ਨਾਲ ਆ ਕੇ ਟਾਈਮ ਸੈੱਟ ਕਰ ਲਓ, ਉਹ ਤੁਹਾਨੂੰ ਹਰ ਚੀਜ਼ ਪੈਣੀ ਅਸੀਂ ਲਿਖੀ ਪਈ ਆ। ਪਰ ਇਹ ਸਾਰਾ ਕੁਛ ਮੇਰੇ ਗੁਰੂ ਕੇ ਸਿੱਖਾਂ ਦਾ, ਸਾਰੀਆਂ ਸੰਗਤਾਂ ਦਾ ਇਹ ਪ੍ਰਤਾਪ ਆ, ਉਹਨਾਂ ਦਾ ਪਿਆਰ ਆ, ਉਹਨਾਂ ਦਾ ਆਸ਼ੀਰਵਾਦ ਆ ਸਾਡੇ ਨਾਲ। ਉਹਨਾਂ ਤੋਂ ਬਗੈਰ ਅਸੀਂ ਕੁਛ ਨਹੀਂ। ਅਸੀਂ 1.8 ਏਕੜ ਜ਼ਮੀਨ ਜਿਹੜੀ 1974 'ਚ ਖਰੀਦੀ, ਅੱਜ 39.8 ਏਕੜ, ਅੱਜ ਗੁਰੂ ਦਾ ਐਡਾ ਮਹਿਲ ਬਣੂਗਾ, ਦੁਨੀਆ ਦੇ ਵਿੱਚ ਚਮਕੂਗਾ। ਅੱਜ ਮੇਰੇ ਗੁਰੂ ਦਾ ਪ੍ਰਤਾਪ ਇੰਨਾ, ਪਤਾ ਨਹੀਂ ਕਿਹੜੇ ਮੇਰੇ ਗੁਰਸਿੱਖ ਸਾਡੇ ਗੁਰੂਆਂ ਨੇ ਕਿਸੇ ਗੁਰੂ ਦੇ ਸਿੰਘ ਨੇ ਇੱਥੇ ਭਗਤੀ ਕੀਤੀ ਆ, ਉਹਨਾਂ ਦੀਆਂ ਅਰਦਾਸਾਂ ਲੱਗੀਆਂ। ਅੱਜ ਤੁਸੀਂ ਆਪਾਂ ਗੁਰਦੁਆਰਾ ਸਾਹਿਬ ਦੇ ਛੱਤ ਦੇ ਉੱਪਰ ਖਲੋਤੇ ਹਾਂ, ਕੈਮਰਾ ਘੁਮਾ ਕੇ ਦੇਖ ਲਓ, ਹਰ ਪਾਸੇ ਗੁਰੂ ਦਾ ਮਹਿਲ ਦਿਖਦਾ ਵੀ ਕਿੱਡੀ ਜਾਣੀ ਕਿ ਰੌਣਕਾਂ। ਇੰਡੀਆ ਤੋਂ ਬਾਹਰ ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਗੁਰਦੁਆਰਾ ਹੈ ਇਹ। ਮਾਣ ਜਿੰਨੀਆਂ ਪ੍ਰਬੰਧਕ ਕਮੇਟੀਆਂ ਆਈਆਂ, ਸਾਡੀ ਨਹੀਂ, ਜਿੰਨੀਆਂ 1979 ਤੋਂ ਲੈ ਕੇ ਹੁਣ ਤੱਕ ਆਈਆਂ, ਸਾਰੀਆਂ ਵਧਾਈ ਦੀਆਂ ਹੱਕਦਾਰ। ਮੇਰਾ ਸਿਰ ਝੁਕਦਾ ਉਹਨਾਂ ਸਾਰਿਆਂ ਭਰਾਵਾਂ ਅੱਗੇ। ਸਮੇਂ ਦਰ ਸਮੇਂ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਤੇ ਬੜੇ ਕੰਮ ਕੀਤੇ। ਸੋ ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਜੀ ਡਿਕਸੀ ਗੁਰੂ ਘਰ ਦੇ ਲੰਗਰ ਹਾਲ ਵਿਖੇ। ਪੈਂਡੈਮਿਕ ਤੋਂ ਬਾਅਦ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਆਓਗੇ, ਨਤਮਸਤਕ ਹੋਵੋਗੇ ਤੇ ਲੰਗਰ ਹਾਲ ਵਿੱਚ ਪਹੁੰਚੋਗੇ ਤਾਂ ਬਿਲਕੁਲ ਚੇਂਜ, ਤੁਹਾਨੂੰ ਇੱਕ ਨਵਾਂ ਡਿਫਰੈਂਸ ਦੇਖਣ ਨੂੰ ਮਿਲੇਗਾ। ਭਾਈ ਸਾਹਿਬ, ਅਸੀਂ ਦੇਖ ਰਹੇ ਹਾਂ ਕਿ ਲੰਗਰ ਹਾਲ ਅੱਗੇ ਨਾਲੋਂ ਬਹੁਤ ਜ਼ਿਆਦਾ ਚੇਂਜ ਹੋ ਗਿਆ। ਮੈਂ ਕਿਹਾ ਜੀ, ਮੈਂ ਕਰੋਨਾ ਕਰਕੇ 2.5 ਮਹੀਨੇ ਗੁਰਦੁਆਰੇ ਨਹੀਂ ਆਇਆ ਜੀ, ਅਤੇ ਹਰਪਾਲ ਵੀਰ ਰਿਪੋਰਟ ਦੇ ਦਿੰਦਾ ਸੀ, ਭੱਜਿਆ ਜਾ ਕੀਤਾ। ਜਿੱਦਣ ਮੈਂ ਆਇਆ, ਪਹਿਲਾ ਅੱਖਰ ਮੂੰਹ 'ਚੋਂ ਨਿਕਲੇ ਸਤਿਗੁਰੂ ਰਾਮਦਾਸ ਜੀਓ, ਮੇਰੇ ਇਹਨਾਂ ਵੀਰਾਂ ਨੂੰ, ਸਾਡੇ ਰਾਗੀ ਸਾਹਿਬਾਨਾਂ ਨੂੰ ਲੰਮੀ ਉਮਰ ਬਖਸ਼ੀ। ਦੇਖ ਕੇ ਮਨ ਇੰਨਾ ਖੁਸ਼ ਹੋਇਆ।
ਅਸੀਂ ਬਿਆਨੇ ਅੱਜ ਜਦੋਂ ਵੀ ਲੰਗਰ ਹਾਲ 'ਚ ਆਉਂਦੇ ਹਾਂ, ਸਾਡੇ ਰਾਗੀ ਸਾਹਿਬਾਨ ਜਿਹੜੇ ਪਿਛਲੇ 15 ਸਾਲ ਤੋਂ ਆ ਰਹੇ ਆ ਵੀ ਕੀ ਹੁੰਦਾ ਸੀ ਇੱਥੇ ਪਹਿਲਾਂ। ਰਾਗੀ ਸਿੰਘਾਂ ਦੇ ਕਮਰੇ, ਤੁਰਨ ਨੂੰ ਜਗ੍ਹਾ ਨਹੀਂ, ਛੋਟਾ ਜਿਹਾ ਲੰਗਰ ਹਾਲ ਸੀ। ਜਦੋਂ ਕਿਚਨ ਉਧਰ ਲੈ ਗਏ, ਰਾਗੀ ਸਿੰਘਾਂ ਦੀ ਰਿਹਾਇਸ਼ ਜਿਮ ਵਾਲੇ ਪਾਸੇ ਲੈ ਗਏ, ਬੜਾ ਚੇਂਜ ਆਇਆ। ਆਹ ਜਿਹੜਾ ਲੰਗਰ ਹਾਲ ਜਿਸ ਦਿਨ ਗੁਰਦੁਆਰਾ ਸਾਹਿਬ ਖੁੱਲ੍ਹਣਾ, ਸੰਗਤਾਂ ਹੈਰਾਨ ਹੋਣਗੀਆਂ ਵੀ ਐਡਾ ਵੱਡਾ ਲੰਗਰ ਹਾਲ। ਅਤੇ ਇਹ ਅਸੀਂ ਆਪਣੇ ਬੜੇ ਵਡਭਾਗੇ ਸਮਝਦੇ ਹਾਂ ਵੀ ਮੇਰੇ ਸਤਿਗੁਰਾਂ ਨੇ ਇਹ ਸੇਵਾ ਸਾਡੀ ਇਸ ਪ੍ਰਬੰਧਕ ਟੀਮ ਤੋਂ ਲਈ ਆ। ਮੈਂ ਫਿਰ ਇੱਥੇ ਕਹਿੰਦਾ ਵੀ ਹਰਪਾਲ ਸਿੰਘ ਹੁਣ ਖਲੋਤੇ ਪਹਿਲਾਂ ਆਏ ਨਹੀਂ ਸੀਗੇ, ਭੁਪਿੰਦਰ ਸਿੰਘ ਬਾਠ ਅਤੇ ਸਾਡੇ ਰਾਗੀ ਸਾਹਿਬਾਨਾਂ ਨੂੰ ਜਿੰਨਾ ਇਹਨਾਂ ਨੂੰ ਸਿਹਰਾ ਦਈਏ ਉਹ ਘੱਟ ਆ। ਬਹੁਤ ਵਧੀਆ ਲੰਗਰ ਹਾਲ ਮਨ ਖੁੱਲ੍ਹ ਜਾਂਦਾ। ਆ ਤੁਸੀਂ ਭਾਂਡੇ ਧੋਣ ਵਾਲੀ ਮਸ਼ੀਨ ਦੇਖ ਲਓ, ਪਹਿਲਾਂ ਜਿਹੜੀਆਂ ਸੰਗਤਾਂ ਆਈਆਂ ਸੀ ਬਾਹਰ ਹੁੰਦੀ ਸੀਗੀ, ਅੱਜ ਜਦੋਂ ਸੰਗਤ ਨੇ ਆਉਣਾ ਗੁਰਦੁਆਰਾ ਸਾਹਿਬ ਅੰਦਰ ਲੰਗਰ ਹਾਲ ਦੇ ਵਿੱਚ, ਆਉਂਦਿਆਂ ਪਹਿਲਾਂ ਦੇਖਣਗੇ ਭਾਂਡੇ ਧੋਣ ਵਾਲੀ ਮਸ਼ੀਨ ਕਿੱਥੇ ਗਈ ਆ। ਹਰ ਚੀਜ਼ ਵੱਖਰੀ ਵੱਖਰੀ ਆਉਣੀ ਆ, ਇੱਥੇ ਟਰੇਆਂ ਆਈ ਜਾਣੀਆਂ, ਉੱਥੇ ਤੁਸੀਂ ਥਾਲੀਆਂ, ਗਲਾਸ, ਕੱਪ ਸਾਰੇ ਰੱਖੇ ਜਾਣੇ ਆ। ਆਹ ਸਮਾਨ ਇਹਨਾਂ ਦਾ ਜਿੰਨਾ ਕੈਮੀਕਲ ਆ ਭਾਂਡੇ ਧੋਣ ਮਸ਼ੀਨ ਵੱਖਰਾ ਕਰ ਦਿੱਤਾ। ਅੱਗੇ ਉਹੀ ਜਗ੍ਹਾ ਦੇ ਵਿੱਚ ਜਿੰਨਾ ਹੁੰਦਾ ਸੀ ਆਪਣੇ ਕੋਲ ਉੱਥੇ ਖਿਲਰਿਆ ਪਿਆ ਹੁੰਦਾ ਸੀਗਾ। ਹੁਣ ਤੁਸੀਂ ਇਹਨੂੰ ਕਹਿੰਦੇ ਤੁਸੀਂ ਵੈਲ ਆਰਗੇਨਾਈਜ਼ ਵਧੀਆ ਤਰੀਕੇ ਨਾਲ ਇੱਕ ਜਿਸ ਤਰ੍ਹਾਂ ਦੁਨੀਆ 'ਚ ਸਿਸਟਮ ਚੱਲ ਰਿਹਾ ਉਹ ਨਵੇਂ ਸਿਸਟਮ ਵਿੱਚ ਇਹ ਸਾਰਾ ਕੁਝ ਤਿਆਰ ਕੀਤਾ ਜੀ। ਸਾਡੇ ਜਿਹੜੇ ਬਜ਼ੁਰਗ ਜਿਹਨਾਂ ਨੂੰ ਗੋਡਿਆਂ ਦੀ ਬਹੁਤ ਤਕਲੀਫ ਆ, ਅੱਗੇ ਹੁੰਦਾ ਸੀ ਉਹ ਬੈਂਚ ਉੱਤੇ ਹੁੰਦੇ ਸੀਗੇ ਅਤੇ ਜਿਹੜੇ ਲੰਗਰ ਵਰਤਾਉਣ ਵਾਲੇ ਸਾਡੇ ਸੇਵਾਦਾਰ ਸੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀ। ਹੁਣ ਅਸੀਂ ਉਹ ਟੇਬਲ ਲਾਤੇ, ਇੱਕ ਟੇਬਲ 'ਤੇ 2 ਜਣੇ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਬਹਿ ਸਕਦੀਆਂ ਅਤੇ ਜਿਹੜੇ ਲੰਗਰ ਵਰਤਾਉਣ ਵਾਲੇ ਰੇਹੜੀ ਲੈ ਕੇ ਆਉਣਗੇ ਉਹਨਾਂ ਦੇ ਫਰੰਟ 'ਤੇ ਵਰਤਾ ਕੇ ਚੱਲ ਜਾਣਗੇ। ਉੱਤੋਂ ਅਖੀਰਲਾ ਜਿਹੜਾ ਬਲੋਕ ਹੈ ਜੀ, ਉੱਥੇ ਅਸੀਂ ਜਿਹੜੇ ਸਾਡੇ ਵੀਲ ਚੇਅਰ 'ਤੇ ਸਾਡੇ ਬਜ਼ੁਰਗ ਭੈਣ ਭਰਾ ਮਾਤਾਵਾਂ ਆਉਂਦੇ ਆ ਉਹਨਾਂ ਵਾਸਤੇ ਉਹ ਵੀਲ ਚੇਅਰ 'ਤੇ ਆ ਕੇ ਉਹ ਟੇਬਲ 'ਤੇ ਬਹਿ ਜਾਣਗੇ ਅਤੇ ਵਰਤਾਵੇ ਸਾਡੇ ਜਾ ਕੇ ਲੰਗਰ ਉੱਥੇ ਵਰਤਾ ਦੇਣਗੇ। ਫਿਰ ਜਦੋਂ ਵੀਲ ਚੇਅਰ 'ਤੇ ਆਉਣਾ, ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਉਣਾ, ਉਹ ਰੈਂਪ ਥੱਲੇ ਤੋਂ ਉੱਥੋਂ ਸਿੱਧੇ ਉੱਥੇ ਆ ਕੇ ਲੰਗਰ ਛਕ ਸਕਦੇ। ਜੇ ਕਿਸੇ ਨੇ ਮੱਥਾ ਟੇਕਣ ਜਾਣਾ ਉਹ ਉੱਪਰ ਨੂੰ ਜਾ ਕੇ ਅਤੇ ਉੱਥੋਂ ਮੱਥਾ ਟੇਕ ਸਕਦੇ ਜੀ। ਸਾਰਾ ਗੁਰੂ ਘਰ ਦੇ ਲੰਗਰ ਤਾਂ ਬਾਕੀ ਕਮਿਊਨਿਟੀ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰਸਿੱਧ ਹੋਏ ਨੇ। ਖਾਸ ਤੌਰ 'ਤੇ ਕਰੋਨਾ ਵਾਇਰਸ ਦੀ ਅਸੀਂ ਗੱਲ ਕਰੀਏ ਤਾਂ ਸਭ ਚੀਜ਼ਾਂ ਬੰਦ ਹੋ ਗਈਆਂ, ਪਰ ਗੁਰੂ ਘਰ ਦੇ ਦੁਆਰ ਨਹੀਂ ਬੰਦ ਹੋਏ ਜਿੱਥੋਂ ਕਿ ਜਿਹੜੇ ਲੋੜਵੰਦ ਸੀ ਆ ਕੇ ਲੰਗਰ ਲੈ ਕੇ ਜਾ ਸਕਦੇ। ਦੇਖੋ ਜੀ, ਮੈਂ ਤਾਂ ਇਹ ਕਹਿੰਦਾ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਪੰਥ ਚਲਾਇਆ ਵਾ ਜੀ। ਉਹਨਾਂ ਨੇ ਜਿਹੜਾ ਲੰਗਰ ਦੀ ਪਿਰਤ ਤੋਰੀ ਆ, ਦੁਨੀਆ ਮੁੱਕ ਜੂ, ਇਹ ਕੰਮ ਨਹੀਂ ਮੁੱਕਣਾ। ਜਿੱਥੇ ਮੈਨੂੰ ਅੱਜ ਵੀ ਗੱਲ ਚੇਤੇ ਆਉਂਦੀ, ਸਾਡੀ ਮਿਸਾਗਾ ਦੀ ਮੇਅਰ ਹੇਜਨ ਮੈਕੈਲੀਅਨ, ਜਿਸ ਦਿਨ ਅਸੀਂ ਬਾਹਰ ਪਾਰਕ ਦੀ ਓਪਨਿੰਗ ਕੀਤੀ, ਡਿਕਸੀ ਡੈਰੀ ਦਾ ਕਾਰਨਰ, ਉਹਨੇ ਉੱਥੇ ਬੜੇ ਫਖਰ ਨਾਲ ਸਾਰਾ ਮੀਡੀਆ ਖਲੋਤਾ ਸੀ। ਉਹ ਕਹਿੰਦੀ ਦੁਨੀਆ 'ਤੇ ਜਿੱਥੇ ਵੀ ਚੱਲ ਜਾਓਗੇ ਇਹ ਝੰਡਾ ਝੁਲਦਾ, ਉੱਥੇ ਆ ਜਾਓ, ਕਦੀ ਭੁੱਖੇ ਨਾ ਜਾਓਗੇ। ਇਹ ਬੜੀ ਵੱਡੀ ਗੱਲ ਜਿਹੜੀ ਮਿਸਾਗਾ ਦੀ ਮੇਅਰ 1976 ਤੋਂ ਰਹੀ ਇੱਥੇ, ਉਹਦੀ ਇਹ ਗੱਲ ਜਦੋਂ ਉਹ ਪਾਰਕ, ਉਹਦੀ ਇੱਕ ਸੁਪਨਾ ਸੀ ਵੀ ਇਹ ਜਗ੍ਹਾ ਜਿਹੜੀ ਮੈਂ ਲੈ ਕੇ ਦਿੱਤੀ, ਇੱਥੇ ਪਾਰਕ ਬਣਨਾ ਚਾਹੀਦਾ, ਸਿੱਖ ਕੌਮ ਦਾ ਨਾਂ, ਮੇਰੀ ਮਿਸਾਗਾ ਸ਼ਹਿਰ ਦਾ ਨਾਂ ਉੱਚਾ ਹੋਣਾ ਚਾਹੀਦਾ। ਅਤੇ ਸਾਨੂੰ ਸਿਟੀ ਆਫ ਮਿਸਾਗਾ ਨੇ ਲੈਟਰ ਦਿੱਤੀ ਆ, ਤੁਹਾਡਾ ਪਾਰਕ ਬਹੁਤ ਸੋਹਣਾ। ਇਹ ਸਾਰਾ ਮੈਂ ਸਾਰਾ ਹੀ ਸਿਰਾ ਸੰਗਤ ਨੂੰ ਦਿੰਦਾ ਜੀ। ਇਹ ਉਹਨਾਂ ਕਰਕੇ ਹੋਇਆ ਸਾਰਾ। ਅਸੀਂ ਕੌਣ ਆ ਜੀ? ਪੈਂਡੈਮਿਕ ਦੇ ਦੌਰਾਨ ਵੀ ਅਸੀਂ ਦੇਖੀਏ ਤਾਂ ਡਿਕਸੀ ਗੁਰੂ ਘਰ ਬੰਨਿਓ ਟੇਕ ਆਊਟ ਦੀ ਸੁਵਿਧਾ ਰਹੀ ਆ ਅਤੇ ਹੁਣ ਵੀ ਚੱਲ ਰਹੀ ਆ, ਅਤੇ ਸਟੂਡੈਂਟਸ ਹੋਣ ਜਾਂ ਲੋੜਵੰਦ ਹੋਣ ਹਮੇਸ਼ਾ ਆ ਕੇ ਇੱਥੋਂ ਲੰਗਰ ਲੈ ਕੇ ਜਾਂਦੇ ਰਹੇ ਆ, ਰਾਤ ਤੱਕ ਆਉਂਦੇ ਰਹੇ ਆ। ਦੇਖੋ ਹੁਣ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ। ਹੁਣ ਤੁਹਾਡੇ ਸਾਹਮਣੇ ਆ, ਕਰੋਨਾ ਤੋਂ ਹਰ ਕੋਈ ਡਰਿਆ ਬੈਠਾ। ਸਾਡੇ ਗੁਰਦੁਆਰਾ ਸਾਹਿਬ ਵਿਖੇ ਅਸੀਂ ਹਰ 2 ਵੀਕ ਬਾਅਦ ਕਮੇਟੀ ਦੀ ਮੀਟਿੰਗ ਕਰਦੇ ਹਾਂ ਵੀ ਅਪਗ੍ਰੇਡ ਕਿੱਦਾਂ ਚੇਂਜ ਕਰਨੀ ਹੈ। ਜੇ ਆਪਾਂ ਇੱਥੇ ਉਹ ਲੰਗਰ 'ਚ ਸੰਗਤ ਨੂੰ ਬਿਠਾਉਣ ਲੱਗ ਪੈਂਦੇ ਹਾਂ, ਮੈਂ ਸੰਗਤ ਦੇ ਹੱਥ ਜੁੜ ਕੇ ਚਰਨਾਂ 'ਚ ਬੇਨਤੀ ਕਰਦਾ, ਸਾਡਾ ਸਾਥ ਦਿਓ। ਇਹ ਕੋਈ ਸਾਡੀ ਪ੍ਰੋਪਰਟੀ ਨਹੀਂ, ਸੰਗਤ ਦੀ, ਗੁਰੂ ਦੀ ਪ੍ਰੋਪਰਟੀ ਆ। ਹੁਣ ਜੇ ਲੰਗਰ ਬਣਾਉਣ ਵਾਸਤੇ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ ਕਿੱਦਾਂ ਪ੍ਰਸ਼ਾਦੇ ਬਣਾਉਣਗੀਆਂ, ਕਿਉਂਕਿ ਉੱਥੇ 6 ਫੁੱਟ ਦਾ ਗੈਪ ਹੈ ਨਹੀਂ। ਸਾਡੇ ਸੇਵਾਦਾਰ ਲੰਗਰ ਦੇ ਕਿਸ ਤਰ੍ਹਾਂ ਬਣਾਉਣਗੇ? ਅਸੀਂ ਸੰਗਤ ਨੂੰ ਜਿੰਨੇ ਜੋਗੇ ਹੈਗੇ ਆ ਵੱਧ ਤੋਂ ਵੱਧ ਜਿਹੜੀ ਸਰਵਿਸ ਹੈ ਪ੍ਰੋਵਾਈਡ ਕਰ ਰਹੇ ਹਾਂ। ਕੋਈ ਇੱਥੇ ਗੁਰੂ ਦਾ ਸਿੱਖ, ਕੋਈ ਹੋਰ ਇਨਸਾਨ ਵੀ ਜਾਤ ਦਾ ਆਉਂਦਾ ਭੁੱਖਾ ਨਹੀਂ ਜਾਂਦਾ ਮੱਥਾ ਟੇਕ ਕੇ। ਜੇ ਨਹੀਂ ਮੱਥਾ ਟੇਕਣਾ ਕੋਈ ਆ ਕੇ ਅਤੇ ਬਾਹਰੋਂ ਲੰਗਰ ਲੈ ਕੇ ਜਾਂਦਾ, ਉਹਦੇ ਵਾਸਤੇ ਟੇਕ ਆਊਟ ਜਿਹੜਾ ਤਿਆਰ ਰਹਿੰਦਾ ਜੀ, ਉਹ ਹਰ ਵੇਲੇ ਲੈ ਕੇ ਜਾਂਦੇ ਇੱਥੋਂ। ਕਿਸੇ ਗੱਲੋਂ ਘੱਟ ਰਿਹਾ ਇਸ ਚੀਜ਼ ਦੀ, ਜੇ ਕਿਸੇ ਸੰਗਤ ਨੂੰ ਗੁੱਸਾ ਲੱਗਦਾ ਮੈਂ ਉਹ ਚੀਜ਼ ਦੀ ਮਾਫੀ ਮੰਗਦਾ, ਕਿਉਂਕਿ ਲੰਗਰ ਹਾਲ ਦੇ ਅੰਦਰ ਅਸੀਂ ਹਲੇ ਪ੍ਰਸ਼ਾਦਾ, ਚਾਹ ਪਾਣੀ ਨਹੀਂ ਵਰਤਾ ਸਕਦੇ, ਕਿਉਂਕਿ ਕਰੋਨਾ ਕਰਕੇ। ਕਈ ਮੇਰੇ ਵੀਰ ਗੁੱਸਾ ਵੀ ਕਰਦੇ ਆ, ਉਹ ਜਾਇਜ਼ ਵੀ ਆ, ਕਿਉਂਕਿ ਇੱਕ ਘਰਾਂ 'ਚ ਬੈਠੇ ਰਹਿਣ ਕਰਕੇ ਆਪਾਂ ਤੰਗ ਵੀ ਬੜੇ ਹੋ ਗਏ ਆ। ਉਹ ਇਹ ਕਹਿੰਦੇ ਆ ਵੀ ਗੁਰੂ ਦਾ ਘਰ ਆ, ਬਿਲਕੁਲ ਗੁਰੂ ਦਾ ਘਰ ਆ, ਪਰ ਅੱਜ ਆਪਾਂ ਹਾਲਾਤਾਂ ਨਾਲ ਚੱਲਣਾ। ਜਿਹੜਾ ਹਾਲਾਤਾਂ ਨਾਲ ਨਹੀਂ ਚੱਲਦਾ ਉਹ ਜ਼ਿੰਦਗੀ 'ਚ ਹਮੇਸ਼ਾ ਫੇਲ ਹੁੰਦਾ। ਸੋ ਅਸੀਂ ਹੁਣ ਗੱਲ ਕਰਨ ਲੱਗਿਆ ਜੀ ਕੀਰਤਪੁਰ ਪਾਰਕ ਦੀ। ਕਾਫੀ ਵੱਡਾ ਪ੍ਰੋਜੈਕਟ ਸੀ ਜਿਹਨੂੰ ਮਨਜ਼ੂਰੀ ਮਿਲਣ ਦੇ ਵਿੱਚ ਵੀ ਅਸੀਂ ਪੁੱਛਾਂਗੇ ਕਿ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੇਸ਼ਾਂ ਵਿਦੇਸ਼ਾਂ 'ਚ ਵਸਦੀ ਸੰਗਤ ਦੀ ਵੀ ਕਾਫੀ ਚਿਰਾਂ ਤੋਂ ਮੰਗ ਸੀਗੀ ਇਸ ਪਾਰਕ ਨੂੰ ਲੈ ਕੇ। ਅਸੀਂ ਪ੍ਰਧਾਨ ਸਾਹਿਬ ਤੋਂ ਪੁੱਛਦੇ ਹਾਂ ਕਿ ਇਸ ਪਾਰਕ ਦੇ ਬਾਰੇ ਵਿੱਚ ਵੀ ਸਾਡੇ 'ਤੇ ਚਾਨਣਾ ਸਾਨੂੰ ਜ਼ਰੂਰ ਪਾਉਣ। ਕੀਰਤਪੁਰ ਪਾਰਕ ਦੀ ਅਸੀਂ ਗੱਲ ਕਰੀਏ, ਜੇ ਅਸੀਂ ਦੇਖ ਰਹੇ ਹਾਂ ਇੱਥੇ ਵੀ ਜਿਹੜਾ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਨੇ, ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਜ਼ਰੂਰ ਪਾਇਓ। ਇਹ ਤਨ ਜੀ ਜਦੋਂ ਅਸੀਂ 15 'ਚ ਕਮੇਟੀ 'ਚ ਆਏ ਨਾ ਜੀ, ਅਤੇ ਉਦੋਂ ਸੋਚਿਆ ਵੀ ਆਪਾਂ ਨੂੰ ਫੁੱਲਤਰਨ ਵਾਸਤੇ ਜਿਹੜੇ ਆਪਾਂ ਪਰਿਵਾਰਾਂ ਦੇ ਜੀਵ ਵਿਛੜੇ ਲੈ ਕੇ ਜਾਂਦੇ ਪੰਜਾਬ ਨੂੰ, ਵੀ ਆਪਾਂ ਜਗ੍ਹਾ ਹੈਗੀ ਆਪਣੇ ਕੋਲ ਸਭ ਕੁਝ। ਅਤੇ ਜਦੋਂ ਅਸੀਂ ਫਾਈਂਡ ਆਊਟ ਕੀਤਾ ਇਹ ਆਲਰੇਡੀ ਗਵਰਨਮੈਂਟ ਵੱਲੋਂ ਅਪਰੂਵਡ ਆ,
ਵੀ ਤੁਸੀਂ ਇੱਥੇ ਪਾ ਸਕਦੇ। ਗੁਰੂ ਨੇ ਸਭ ਕੁਝ ਸਾਨੂੰ ਇਸ ਪ੍ਰੋਪਰਟੀ ਵਿੱਚ ਦਿੱਤਾ ਹਾਂਜੀ। ਅਸੀਂ ਫਿਰ ਇਹ ਜਗ੍ਹਾ ਆਹੀ ਪਿਕ ਕੀਤੀ, ਐਂਟਰੀ ਵੀ ਇੱਧਰੋਂ ਈਜ਼ੀ ਆਉਣਾ। ਫਿਰ ਅਸੀਂ ਹੌਲੀ ਹੌਲੀ ਜਿਹੜੇ TRC ਡਿਪਾਰਟਮੈਂਟ ਆ ਉਹਨਾਂ ਨਾਲ ਮੀਟਿੰਗ ਕੀਤੀਆਂ, ਗੱਲਬਾਤ ਕੀਤੀ। ਬੜੀ ਤੰਗੀ ਹੋਈ ਕਿਉਂਕਿ ਪਿਛੋਕੜ 'ਚ ਬਹੁਤ ਸਾਨੂੰ ਤੰਗੀਆਂ ਆਈਆਂ। ਜਦੋਂ ਇੱਥੇ ਗਰਾਊਂਡਾਂ ਬਣਾਈਆਂ, ਮਿੱਟੀਆਂ ਚੱਕੀਆਂ, ਸਾਰਾ ਕੁਝ ਕੀਤਾ, ਕਾਫੀ ਤੰਗੀਆਂ ਦਾ ਸਾਹਮਣਾ ਕਰਨਾ ਪਿਆ। ਉਹ ਸਾਰੀਆਂ ਫਾਈਲਾਂ ਉੱਥੇ ਹੋਣ ਕਰਕੇ ਜਦੋਂ ਉਹਨੂੰ ਦੱਸਿਆ ਭਾਈ ਵੀ ਸਾਡੇ ਸਾਰੇ ਪ੍ਰਬੰਧਕ ਅਸੀਂ ਜ਼ਿੰਮੇਵਾਰ ਹਾਂ, ਪਿਛੋਕੜ ਵਾਲੇ ਵੀ ਹੁਣ ਵੀ, ਪਰ ਹੁਣ ਅਸੀਂ ਆਹ ਕਰਨਾ ਚਾਹੁੰਦੇ ਹਾਂ। ਉਹਨਾਂ ਨਾਲ ਮੀਟਿੰਗਾਂ ਹੋਈਆਂ, ਟੇਬਲ 'ਤੇ ਬੈਠ ਕੇ, ਜਿੱਦਾਂ ਕਹਿੰਦੇ ਹੁੰਦੇ ਵੀ ਪਹਿਲਾਂ ਦੁਸ਼ਮਣ ਦੇ ਫਿਰ ਲਾਗੇ ਆਉਂਦੇ ਆ, ਲਾਗੇ ਬੈਠ ਕੇ ਤੇ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹਾਂਜੀ। ਮੁਸ਼ਕਲਾਂ ਵੀ ਜੋ ਉਹਨਾਂ ਦੀਆਂ ਕੰਡੀਸ਼ਨਾਂ ਸੀ ਉਹ ਪੂਰੀਆਂ ਕਰਨੀਆਂ ਪੈਣੀਆਂ ਆ। ਇਹ ਤਾਂ ਹੈ ਨਹੀਂ ਵੀ ਜਾਂ ਪੰਜਾਬ ਦੇ ਹਰਦੀ ਆਪਾਂ ਪੈਸੇ ਦੇ ਕੇ ਪਰਮਿਟ ਲੈ ਲਿਆ, ਆਹ ਕਰ ਲਿਆ। ਇੱਥੇ ਤਾਂ ਹਰ ਉਹਨਾਂ ਦੀ ਸ਼ਰਤ ਪੂਰੀ ਕੀਤੀ। ਅਸੀਂ ਫਿਰ ਇੱਥੇ ਬੜੇ ਵਡਭਾਗੇ ਹਾਂ। ਇਹ ਸੇਵਾ ਇਸ ਪ੍ਰਬੰਧਕ ਕਮੇਟੀ ਮਿਲੀ ਆ, ਇਹ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ। ਉਹ ਜਿਹੜਾ ਤੁਸੀਂ ਬਾਹਰ ਨਕਸ਼ਾ ਦੇਖ ਚੁੱਕੇ ਆ, ਇਹ ਜ਼ਰੂਰੀ ਨਹੀਂ ਵੀ 100% ਇਹ ਮੰਨਣਾ। ਅਸਲੀ ਡਰਾਇੰਗਾਂ ਸਾਡੇ ਕੋਲ ਅੰਦਰ ਪਈਆਂ, ਇਹਦੇ ਵਿੱਚ ਬਹੁਤ ਕੁਝ ਚੇਂਜ ਆਉਣੀ ਆ ਜਦੋਂ ਇਹ ਸ਼ੁਰੂ ਹੋਣਾ ਕਾਰਜ। ਅੱਜ ਆਪਾਂ ਇੱਥੇ ਵਡਭਾਗੇ ਹਾਂ, ਸਾਡਾ ਕੋਈ ਵੀ ਫੈਮਿਲੀ ਦਾ ਜੀ ਸਾਤੋਂ ਵਿਛੜਦਾ, ਉਹਦੇ ਲਈ ਗੁਰੂ ਦੇ ਦਰਬਾਰ ਦੇ, ਗੁਰੂ ਦੇ ਸਥਾਨ ਦੇ ਲਾਗੇ ਆਪਾਂ ਫੁੱਲ ਤਾਰਨ ਦੀ ਜਿਹੜੇ ਅਸਥਾ ਆਪਾਂ ਤਾਰਨੇ ਆ, ਇੱਥੇ ਜਗ੍ਹਾ ਬਣ ਗਈ ਆ। ਗੁਰੂ ਕਿਰਪਾ ਕਰੇ, ਜੋ ਸਾਡੇ ਮਨ ਦੀਆਂ ਰੀਝਾਂ ਤਮੰਨਾ ਆ ਵੀ ਇਸ ਪਾਰਕ ਨੂੰ ਇੱਕ ਵਧੀਆ ਪਰਿਵਾਰ ਇੱਥੇ ਆ ਕੇ ਬੈਠੇ, ਆਪਣੇ ਵਿਛੜੇ ਪੁਰਾਣੀ ਦੀਆਂ ਯਾਦਾਂ ਦੀਆਂ ਗੱਲਾਂ ਬਾਤਾਂ ਕਰੇ, ਗੁਰਦੁਆਰਾ ਜਾਵੇ, ਕੀਰਤਨ ਸੁਣੇ, ਫਿਰ ਘਰ ਨੂੰ ਜਾਵੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਛੇਤੀ ਹੀ ਇਹਦੇ ਬਾਰੇ ਦੱਸਾਂਗੇ। ਮੈਂ ਫਿਰ ਇੱਕ ਵਾਰੀ ਹਮਦਰਦ TV ਦਾ, ਸਾਰੀ ਟੀਮ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ। ਜਦੋਂ ਆਵਾਜ਼ ਮਾਰੀ ਤੁਸੀਂ ਇੱਥੇ ਪਹੁੰਚਿਓ। ਨਾਲ ਹੀ ਮੈਂ ਆਪਣੀ ਸਾਰੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸਾਡੇ 'ਚ ਜਿੱਥੇ ਵੀ ਕਿਤੇ ਗਲਤੀ ਤੁਹਾਨੂੰ ਦਿਖਦੀ ਆ ਜ਼ਰੂਰ ਆ ਕੇ ਦੱਸੋ। ਝੋਲੀ ਅੱਡ ਕੇ ਬੈਠੇ ਆ 15 ਤੋਂ ਲੈ ਕੇ ਹੁਣ ਤੱਕ, ਕਿਸੇ ਕੰਮ ਦੇ ਵਿੱਚ ਕਿਤੇ ਖੜੋਤਾਈ ਹੋਵੇ, ਕਿਤੇ ਗਲਤੀ ਹੋਈ ਹੋਵੇ, ਸਾਨੂੰ ਦੱਸੋ ਜ਼ਰੂਰ ਆ ਕੇ, ਤਾਂ ਹੀ ਸਾਨੂੰ ਪਤਾ ਲੱਗੇ। ਨਹੀਂ ਤੇ ਫਿਰ ਵੀ ਆਪਾਂ ਤਾਂ ਕਲਯੁਗੀ ਜੀਵ ਇਨਸਾਨ ਹੀ ਆ ਨਾ ਜੀ, ਕਿਤੇ ਬੰਦਾ ਹੰਕਾਰ 'ਚ ਆ ਜਾਂਦਾ। ਗੁਰੂ ਅੱਗੇ ਅਰਦਾਸ ਆ, ਸਤਿਗੁਰ ਸੱਚੇ ਪਾਤਸ਼ਾਹ ਜੀਓ ਸਾਨੂੰ ਜੀ ਸੇਵਾ ਬਖਸ਼ੀ ਆ। ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਜਿੰਨੇ ਸਾਡੇ ਪ੍ਰਬੰਧਕ ਦੇ ਨਾਲ ਸਾਡੇ ਰਾਗੀ ਸਹਿਬਾਨ ਜਿੰਨੇ ਸਾਡੇ ਪ੍ਰਚਾਰਕ ਆ, ਉਹ ਇੱਕ ਸਾਡੇ ਨਾਲ ਥੰਮ, ਸਾਡੇ ਪਿੱਲਰ ਆ ਜੀ। ਉਹ ਅਸਲੀ ਪ੍ਰਬੰਧਕ ਉਹ ਆ। ਇਹਨਾਂ ਸਾਰਿਆਂ ਵੀਰਾਂ ਨੂੰ ਸਤਿਗੁਰ ਲੰਮੀਆਂ ਉਮਰ ਬਖਸ਼ਣ, ਚੜ੍ਹਦੀਆਂ ਬਖਸ਼ਣ। ਡਿਪਟੀ ਦਰਬਾਰ ਗੁਰਦੁਆਰਾ ਸਾਹਿਬ ਅੰਟਾਰੀਓ ਖਾਲਸਾ ਦਰਬਾਰ ਦੇ ਸੁਚੱਜੀ ਪ੍ਰਬੰਧਕ ਕਮੇਟੀ ਦਾ ਇੱਕ ਉੱਤਮ ਉਪਰਾਲਾ ਹੈਗਾ। ਤੇ ਬਾਕੀ ਸਿਆਣੇ ਕਹਿੰਦੇ ਹੁੰਦੇ ਸੋਚ ਉੱਤਮ ਹੋਣੀ ਚਾਹੀਦੀ ਆ, ਫਿਰ ਰਾਹ ਤੇ ਆਪਣੇ ਆਪ ਮਿਲਦੇ ਰਹਿੰਦੇ ਆ। ਤੇ ਸੋਚ ਵਾਲੀ ਗੱਲ ਆ, ਇੱਕ ਦਿਨ ਉਹ ਵੀ ਸੀਗਾ ਜਿੱਦਣ ਇਸੇ ਕੈਨੇਡਾ ਦੀ ਧਰਤੀ ਤੋਂ ਬਜਬਜ ਘਾਟ ਦੇ ਜਿਹੜੇ ਸਾਡੇ ਸ਼ਹੀਦ ਆ ਨਾ, ਇੱਥੋਂ ਜਹਾਜ਼ ਉਹਨਾਂ ਤੋਂ ਮੋੜ ਦਿੱਤਾ ਗਿਆ ਸੀਗਾ। ਤੇ ਅੱਜ ਉਹ ਵੀ ਦਿਨ ਆਏ ਇਸੇ ਕੈਨੇਡਾ ਦੀ ਧਰਤੀ ਤੇ ਆ, ਵੀ ਸਿੱਖ ਆਜ਼ਾਦੀ ਦੇ ਨਾਲ ਸਰਕਾਰ ਦੇ ਵਿੱਚ ਬੈਠੇ ਆ। ਤਾਂ ਇਹ ਜਿਹੜੀ ਚੜ੍ਹਦੀ ਕਲਾ ਦੀ ਭਾਵਨਾ ਆ, ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਬਖਸ਼ੀ ਆ ਨਾ। ਅਸੀਂ ਤਾਂ ਹਰ ਰੋਜ਼ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈ ਨਾ, ਭਲਾ ਸਾਰਿਆਂ ਦਾ ਮੰਗਣਾ ਰਹਿਣਾ, ਚੜ੍ਹਦੀ ਕਲਾ ਵਿੱਚ ਪੋਜ਼ਿਟਿਵ ਸੋਚ ਰਹਿ ਕੇ ਚੱਲਦਾ ਖਾਲਸਾ ਜਦੋਂ ਵੀ ਚੱਲਦਾ ਹੈ। ਤਾਂ ਸਿਆਣੇ ਇਹ ਵੀ ਗੱਲ ਕਹਿੰਦੇ ਹੁੰਦੇ ਆ ਵੀ ਇੱਕ ਵਾਰੀ ਹਾਰ ਜਾਣ ਦੇ ਨਾਲ ਕੋਈ ਹਾਰ ਨਹੀਂ ਜਾਂਦਾ ਹੁੰਦਾ। ਹਾਰ ਮੰਨ ਲੈਣੀ ਜਿਹੜੀ ਅਸਲ ਵਿੱਚ ਹਾਰ ਹੁੰਦੀ ਆ। ਹਾਰ ਜਾਣਾ ਹਾਰ ਨਹੀਂ ਹੁੰਦੀ, ਹਾਰ ਮੰਨ ਲੈਣੀ ਹਾਰ ਹੁੰਦੀ ਆ। ਡਿੱਗ ਪੈਣਾ ਕੋਈ ਵੱਡੀ ਗੱਲ ਨਹੀਂ, ਡਿੱਗ ਕੇ ਜਿਹੜਾ ਉੱਠਣਾ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਆ। ਜੇ ਡਿੱਗ ਕੇ ਡਿੱਗਿਆ ਹੀ ਰਵੇ ਨਾ, ਉਹ ਫਿਰ ਹਾਰ ਹੋਇਆ ਕਰਦੀ ਆ। ਸੋ ਔਕੜਾਂ ਜਿਹੜੀਆਂ ਆ ਸਾਡੀ ਸਿੱਖ ਕੌਮ ਦੇ ਰਾਹ ਦੇ ਵਿੱਚ ਬਹੁਤ ਆਈਆਂ, ਅੱਜ ਤੱਕ ਆਉਂਦੀਆਂ ਆ, ਪਰ ਪੋਜ਼ਿਟਿਵ ਸੋਚ ਲੈ ਕੇ ਚੱਲੇ ਆ। ਇਸ ਕਰਕੇ ਅੱਜ ਵਿਦੇਸ਼ਾਂ ਦੀ ਧਰਤੀ 'ਤੇ ਖਾਲਸਾ ਝੰਡਾ ਝੂਲਦਾ ਸਾਰੇ ਪਾਸੇ। ਉਹਨਾਂ ਬਜ਼ੁਰਗਾਂ ਨੂੰ ਅਸੀਂ ਹਮੇਸ਼ਾ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਉੱਤਮ ਸੋਚ ਲਈ, ਐਡੀਆਂ ਇਹ ਸੰਸਥਾਵਾਂ ਕਾਇਮ ਕੀਤੀਆਂ। ਔਰ ਅੱਜ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਆਉਣ ਵਾਲੇ ਜਿਹੜੇ ਸਾਡੇ ਪ੍ਰਬੰਧਕ ਆ ਜਾਂ ਇਸ ਵੇਲੇ ਦੇ ਮੌਜੂਦਾ ਪ੍ਰਬੰਧਕ ਆ, ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਆ। ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ। ਔਰ ਇਹਨਾਂ ਦੀ ਬਦੌਲਤ ਅਸੀਂ ਅੱਜ ਕੀਰਤਨੀ ਜਥੇ ਜਿੰਨੇ ਹੈਗੇ ਆ, ਜਾਂ ਹੋਰ ਪ੍ਰਚਾਰਕ ਆ, ਜਾਂ ਹੋਰ ਵੀ ਸਾਡੇ ਭੈਣਾਂ ਭਰਾ ਸਟੂਡੈਂਟ ਵੀ ਹੈਗੇ ਆ, ਸਾਰੇ ਉਸੇ ਰਾਹ 'ਤੇ ਚੱਲਦੇ ਆ, ਇੱਥੇ ਤੱਕ ਅਸੀਂ ਪਹੁੰਚਦੇ ਹਾਂ। ਸੋ ਇਹ ਸੀ ਜੀ ਹਮਦਰਦ TV ਦੀ ਖਾਸ ਪੇਸ਼ਕਸ਼ ਓਨਟਾਰੀਓ ਖਾਲਸਾ ਦਰਬਾਰ ਤੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਏਗੀ। ਇਸ ਦੇ ਨਾਲ ਹੀ ਕੈਮਰਾਮੈਨ ਹਰਸ਼ ਦੇ ਨਾਲ ਤਰਨਜੀਤ ਕੌਰ ਘੁੰਮਣ ਨੂੰ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।